ਹੁਣ ਤੱਕ ਤੁਸੀਂ ਪੜ੍ਹਿਆ ਕਿ ਇੱਕ ਦਿਨ ਮੈਂ ਸਾਰੇ ਦੇਸੀ ਘਿਓ ਦੇ ਡੱਬੇ ਖੁਲਵਾਏ ਤੇ ਚੰਗੀ ਤਰ੍ਹਾਂ ਡੱਬਿਆਂ ਦੀ ਤਲਾਸ਼ੀ ਲਈ ਤਾਂ ਉਹਨਾਂ ਡੱਬਿਆਂ 'ਚ ਦੇਸੀ ਘਿਓ ਹੀ ਸੀ। ਮੈਂ ਉਸ ਔਰਤ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਕਿ ਮੈਨੂੰ ਅੰਦਰ ਪਤਾ ਕਰਕੇ ਦੱਸ ਕਿ ਇਹ ਦੇਸੀ ਘਿਓ ਦੇ ਡੱਬੇ ਆਖਰ ਜਾਂਦੇ ਕਿਸ ਲਈ ਹਨ ਤੇ ਕੌਣ ਇਹਨਾਂ ਦਾ ਇਸਤੇਮਾਲ ਕਰਦਾ ਹੈ ਤੇ ਕਿਉਂ। ਮੇਰੀ ਡਿਊਟੀ ਜ਼ਿਆਦਾਤਰ ਦਿਨ ਦੇ ਸਮੇਂ ਹੀ ਹੁੰਦੀ ਸੀ ਤੇ ਰਾਤ ਦੇ ਸਮੇਂ ਇੱਕ ਹੋਰ ਜੇਲਰ ਡਿਊਟੀ ਤੇ ਆ ਜਾਂਦੀ ਸੀ। ਦਿਨ ਦੇ ਸਮੇਂ ਤਾਂ ਕਿਸੇ ਦੀ ਹਿੰਮਤ ਵੀ ਨਹੀਂ ਹੁੰਦੀ ਸੀ ਕਿ ਮੇਰੇ ਹੁੰਦੇ ਹੋਏ ਕੁਝ ਐਸਾ ਵੈਸਾ ਹੋ ਜਾਵੇ, ਪਰ ਰਾਤ ਦੇ ਸਮੇਂ ਇੱਥੇ ਕੀ ਹੁੰਦਾ ਹੈ ਇਸ ਦੀ ਮੈਂ ਗਰੰਟੀ ਨਹੀਂ ਦੇ ਸਕਦੀ ਸੀ। ਇਸ ਲਈ ਜਾਸੂਸ ਨੂੰ ਕੰਮ ਤੇ ਲਾ ਦਿੱਤਾ। ਮੈਂ ਗੌਰੀ ਨੂੰ ਵਿੱਚ ਹੀ ਟੋਕਦੇ ਹੋਏ ਪੁੱਛਿਆ ਕਿ ਤੁਹਾਨੂੰ ਦੇਸੀ ਘਿਓ ਦੇ ਡੱਬਿਆਂ ਕਰਕੇ ਸ਼ੱਕ ਹੋਇਆ ਸੀ। ਮੇਰੇ ਸਵਾਲ ਤੇ ਜੇਲਰ ਗੌਰੀ ਨੇ ਹਾਂ ਸਿਰ ਹਿਲਾਉਂਦੇ ਹੋਏ ਕਿਹਾ, ਹਾਂ, ਰੋਜ਼ਾਨਾ ਹੀ ਕਈ ਡੱਬੇ ਦੇਸੀ ਘਿਓ ਦੇ ਜੇਲ੍ਹ ਅੰਦਰ ਜਾਂਦੇ ਸਨ ਤੇ ਇਹ ਆਮ ਗੱਲ ਨਹੀਂ ਸੀ। ਮੇਰਾ ਅੰਦਾਜ਼ਾ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਕੁਝ ਅਜਿਹਾ ਹੋ ਰਿਹਾ ਹੈ ਜੋ ਮੇਰੀਆਂ ਨਜ਼ਰਾਂ ਤੋਂ ਓਹਲੇ ਹੈ। ਮੇਰੀ ਜਾਸੂਸ ਨੇ ਮੈਨੂੰ ਸਨਸਨੀਖੇਜ਼ ਸ਼ਬਦਾਂ 'ਚ ਆ ਕੇ ਜੋ ਖਬਰ ਦਿੱਤੀ ਉਹ ਸੁਣ ਕੇ ਮੈਂ ਵੀ ਹੈਰਾਨ ਹੋ ਗਈ। ਉਸਨੇ ਕਿਹਾ ਕਿ ਦੇਸੀ ਘਿਓ ਰੋਜ਼ ਰਾਤ ਨੂੰ ਹਨੇਰੇ ਕਮਰੇ 'ਚ ਕੁਝ ਖਾਸ ਔਰਤਾਂ ਨੂੰ ਦਿੱਤਾ ਜਾਂਦਾ ਹੈ। ਰਾਤ ਦੀ ਡਿਊਟੀ ਵਾਲੀ ਜੇਲਰ ਅਤੇ ਸਾਰਾ ਸਟਾਫ ਇਸ ਗੱਲ ਨੂੰ ਜਾਣਦਾ ਹੈ ਤੇ ਤੁਹਾਡੇ ਦਫ਼ਤਰ ਦੇ ਵੀ 4 ਜਣੇ ਸ਼ਾਮਲ ਹਨ। ਮੈਂ ਉਲਝਣ 'ਚ ਪੈ ਗਈ ਕਿ ਹਨੇਰੇ ਕਮਰੇ 'ਚ ਦੇਸੀ ਘਿਓ ਔਰਤਾਂ ਨੂੰ ਕਿਉਂ ਦਿੱਤਾ ਜਾਂਦਾ ਹੈ, ਇਸ ਦਾ ਕੀ ਮਤਲਬ ਹੋਇਆ। ਮੈਂ ਆਪਣੀ ਜਾਸੂਸ ਨੂੰ ਕਿਹਾ ਕਿ ਮੈਨੂੰ ਇਹਨਾਂ ਔਰਤਾਂ ਦੇ ਨਾਮ ਦੱਸੋ ਜੋ ਰੋਜ਼ਾਨਾ ਹਨੇਰੇ ਕਮਰੇ 'ਚ ਜਾ ਕੇ ਦੇਸੀ ਘਿਓ ਖਾਂਦੀਆਂ ਹਨ। ਜਾਸੂਸ ਨੇ ਜਿਨ੍ਹਾਂ ਦੇ ਨਾਮ ਦੱਸੇ ਉਹਨਾਂ ਔਰਤਾਂ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ। ਉਹ ਔਰਤਾਂ ਪਹਿਲਾਂ ਤਾਂ ਇੰਨੀਆਂ ਸਿਹਤਮੰਦ ਨਹੀਂ ਸਨ, ਸਗੋਂ ਪਤਲੀਆਂ ਤੇ ਕਮਜ਼ੋਰ ਸਨ, ਪਰ ਹੁਣ ਦੇਖਿਆ ਤਾਂ ਉਹ ਕਾਫੀ ਸਿਹਤਮੰਦ ਲੱਗ ਰਹੀਆਂ ਸਨ। ਜਾਸੂਸ ਨੇ ਮੇਰੇ ਕੰਨ 'ਚ ਹੌਲੀ ਦੇਣੇ ਕਿਹਾ ਕਿ ਮੈਡਮ ਜੀ, ਇਹ ਸਾਰਾ ਕਮਾਲ ਇਸੇ ਦੇਸੀ ਘਿਓ ਦਾ ਹੈ। ਇਹ ਇੰਨੀ ਸਿੱਧੀ ਗੱਲ ਨਹੀਂ ਸੀ ਕਿ ਮੈਂ ਨਜ਼ਰ ਅੰਦਾਜ਼ ਕਰ ਦਿੰਦੀ। ਮੈਨੂੰ ਅਹਿਸਾਸ ਹੋਇਆ ਕਿ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੀਦਾ ਹੈ। ਮੈਂ ਕੁਝ ਦਿਨਾਂ ਲਈ ਆਪਣੀ ਡਿਊਟੀ ਰਾਤ ਦੀ ਸ਼ਿਫਟ ਕਰਵਾਉਣ ਦਾ ਫੈਸਲਾ ਕੀਤਾ। ਮੈਂ ਦੇਖਿਆ ਕਿ ਮੇਰੀ ਰਾਤ ਦੀ ਸ਼ਿਫਟ ਦੀ ਖਬਰ ਬਹੁਤ ਸਾਰੇ ਦਿਲਾਂ ਤੇ ਬਿਜਲੀ ਬਣ ਕੇ ਡਿੱਗੀ। ਮੈਂ ਦਿਨ ਦੇ ਸਮੇਂ ਘਰ 'ਚ ਆਪਣੀ ਨੀਂਦ ਪੂਰੀ ਕਰਨ ਲਈ ਤਾਂ ਕਿ ਉੱਥੇ ਰਾਤ ਨੂੰ ਜਾਗ ਸਕਾਂ। ਰਾਤ ਦੇ 9 ਵਜੇ ਹੀ ਮੈਂ ਦੇਖਿਆ ਕਿ ਲੇਡੀ ਕਾਂਸਟੇਬਲ ਚੋਰੀ ਕਿਤੇ ਜਾ ਰਹੀ ਹੈ। ਮੈਂ ਸੋਚਿਆ ਕਿ ਇਸ ਦੇ ਪਿੱਛੇ ਜਾ ਕੇ ਦੇਖਦੀ ਹਾਂ ਤੇ ਮੈਂ ਹੌਲੀ ਉਸ ਦਾ ਪਿੱਛਾ ਕਰਨ ਲੱਗੀ। ਮੈਂ ਜੋ ਦੇਖਿਆ ਉਸਨੇ ਮੈਨੂੰ ਹੈਰਾਨ ਕਰ ਦਿੱਤਾ, ਕਿਉਂਕਿ ਇੱਕ ਹਨੇਰੇ ਕਮਰੇ 'ਚ ਉਹ ਕੈਦੀ ਮੁਜ਼ਲਮ ਔਰਤਾਂ ਨੂੰ ਦੇਸੀ ਘਿਓ ਦੇ ਰਹੀ ਸੀ। ਪਹਿਲੀ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਰਾਤ ਦੇ ਸਮੇਂ ਦੇਸੀ ਘਿਓ ਖਾਣ ਦੀ ਕੀ ਲੋੜ ਸੀ ਤੇ ਦੂਜੀ ਗੱਲ ਇਹ ਕਿ ਜੇਲ੍ਹ ਦੇ ਆਖਰੀ ਵਾਲੇ ਹਨੇਰੇ ਕਮਰੇ ਜਾਣ ਦੀ ਕੀ ਤੁਕ ਬਣਦੀ ਹੈ। ਮੈਂ 2-3 ਦਿਨ ਇਹੀ ਰੂਟੀਨ ਦੇਖੀ, ਪਰ ਇਸ ਤੋਂ ਇਲਾਵਾ ਕੋਈ ਹੋਰ ਗੱਲ ਮੈਨੂੰ ਨਜ਼ਰ ਨਾ ਆਈ। ਮੈਂ ਫਿਰ ਵੀ ਚੁੱਪਚਾਪ ਸਭ ਕੁਝ ਦੇਖ ਰਹੀ ਸੀ ਕਿ ਕਦੇ ਤਾਂ ਕੋਈ ਮੌਕਾ ਆਵੇਗਾ ਤੇ ਸਬੂਤ ਮਿਲੇਗਾ ਤੇ ਇੱਕ ਦਿਨ ਸਬੂਤ ਮਿਲ ਹੀ ਗਿਆ। ਰਾਤ ਦੇ 11 ਵਜੇ ਸਨ। ਮੈਂ ਆਪਣਾ ਸਿਰ ਮੇਜ਼ ਤੇ ਟਿਕਾਇਆ ਤੇ ਜਾਣਬੁੱਝ ਕੇ ਅੱਖਾਂ ਬੰਦ ਕਰ ਲਈਆਂ ਤਾਂ ਕਿ ਕੋਈ ਦੇਖੇ ਤਾਂ ਇਹ ਸਮਝੇ ਕਿ ਮੈਂ ਸੋ ਰਹੀ ਹਾਂ। ਥੋੜੀ ਹੀ ਦੇਰ ਬਾਅਦ ਮੇਰੇ ਦਫ਼ਤਰ 'ਚ ਕੋਈ ਆਇਆ। ਆਹਟ ਤੋਂ ਮੈਂ ਪਹਿਚਾਨ ਗਈ ਕਿ ਇਹ ਲੇਡੀ ਕਾਂਸਟੇਬਲ ਹੈ। ਉਹ ਮੈਨੂੰ ਸੁੱਤੀ ਦੇਖ ਕੇ ਬਾਹਰ ਚਲੀ ਗਈ। ਉਹ ਕਿਸੇ ਨੂੰ ਆਖਣ ਲੱਗੀ ਕਿ ਲੱਗਦਾ ਹੈ ਕਿ ਜੋ ਨੀਂਦ ਦੀ ਦਵਾਈ ਮੈਡਮ ਨੂੰ ਦਿੱਤੀ ਹੈ ਉਸਨੇ ਅਸਰ ਕਰ ਦਿੱਤਾ ਹੈ। ਮੈਡਮ ਸੋ ਰਹੀ ਹੈ, ਬਸ ਕੁਝ ਹੀ ਘੰਟੇ ਬਾਕੀ ਹਨ, ਇਸ ਲਈ ਜਿਨ੍ਹਾਂ ਔਰਤਾਂ ਨੂੰ ਜਾ ਕੇ ਕਹੋ ਕਿ ਜਲਦੀ ਆਪਣਾ ਕੰਮ ਕਰਨ। ਕੁਝ ਹੀ ਦੇਰ 'ਚ ਉਹ ਦੋਵੇਂ ਉੱਥੋਂ ਚਲੀਆਂ ਗਈਆਂ। ਮੈਂ ਸੋਚਿਆ ਕਿ ਆਖਰਕਾਰ ਇਹ ਸਭ ਕੀ ਹੋ ਰਿਹਾ ਹੈ। ਜੇਲ੍ਹ 'ਚ ਜਿਸ ਦੀ ਮੈਨੂੰ ਖਬਰ ਨਹੀਂ ਸੀ, ਇਹਨਾਂ ਦੀਆਂ ਗੱਲਾਂ ਤੋਂ ਅੰਦਾਜ਼ਾ ਹੋਇਆ ਕਿ ਜੋ ਵੀ ਹੋ ਰਿਹਾ ਸੀ ਉਸੇ ਹਨੇਰੇ ਕਮਰੇ 'ਚ ਹੋ ਰਿਹਾ ਸੀ। ਫਿਰ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉੱਠਦੇ ਹੀ ਮੇਰਾ ਸਿਰ ਚਕਰਾਉਣ ਲੱਗਿਆ। ਮੈਨੂੰ ਚੱਕਰ ਆ ਰਹੇ ਸਨ। ਲੱਗਦਾ ਸੀ ਕਿ ਮੇਰੀ ਚਾਹ 'ਚ ਜੋ ਨੀਂਦ ਦੀਆਂ ਗੋਲੀਆਂ ਮਿਲਾਈਆਂ ਸਨ ਉਹਨਾਂ ਨੇ ਅਸਰ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਉੱਥੇ ਹੀ ਸੋ ਗਈ ਤੇ ਸਵੇਰ ਤੱਕ ਮੈਨੂੰ ਕੁਝ ਖਬਰ ਨਹੀਂ ਲੱਗੀ ਕਿ ਮੈਂ ਕਿੱਥੇ ਹਾਂ। ਸਵੇਰੇ ਉੱਠੀ ਤਾਂ ਸਿਰ ਭਾਰੀ ਹੋ ਰਿਹਾ ਸੀ, ਇਸ ਲਈ ਘਰ ਚਲੀ ਗਈ। ਘਰ ਜਾਣ ਤੋਂ ਪਹਿਲਾਂ ਉਹਨਾਂ ਔਰਤਾਂ ਦੇ ਸੈੱਲ ਵੱਲ ਆਈ ਤਾਂ ਕਿ ਕੋਈ ਗੱਲ ਪਤਾ ਕਰ ਸਕਾਂ, ਪਰ ਉੱਥੇ ਸਭ ਠੀਕ ਲੱਗਿਆ ਤਾਂ ਮੈਂ ਘਰ ਚਲੀ ਗਈ। ਘਰ ਆ ਕੇ ਮੈਂ ਸੋਚਦੀ ਰਹੀ ਕਿ ਕਾਂਸਟੇਬਲ ਨਾਲ ਦੂਜਾ ਕੌਣ ਸੀ। ਦੂਜੇ ਦਿਨ ਮੈਂ ਫਿਰ ਡਿਊਟੀ ਤੇ ਗਈ ਤਾਂ ਮੈਨੂੰ ਜੋ ਚਾਹ ਦਿੱਤੀ ਗਈ ਸੀ ਉਹ ਮੈਂ ਡੋਲ ਦਿੱਤੀ ਤੇ ਖਾਲੀ ਕੱਪ ਰੱਖ ਕੇ ਅੱਖਾਂ ਬੰਦ ਕਰ ਲਈਆਂ। ਥੋੜੀ ਦੇਰ ਬਾਅਦ ਉਹ ਕੱਪ ਲੈਣ ਆਈ ਤੇ ਮੈਨੂੰ ਸੌਂਦਾ ਦੇਖ ਬਾਹਰ ਚਲੀ ਗਈ। ਥੋੜੀ ਦੇਰ ਬਾਅਦ ਮੈਂ ਵੀ ਬਾਹਰ ਨਿਕਲ ਆਈ। ਰਾਤ ਦੇ 11 ਵਜੇ ਸਨ। ਜੇਲ੍ਹ 'ਚ ਹਰ ਪਾਸੇ ਦੀ ਲਾਈਟ ਬੰਦ ਸੀ ਤੇ ਹਰ ਪਾਸੇ ਹਨੇਰਾ ਸੀ। ਮੈਂ ਚੁੱਪਚਾਪ ਉਸ ਪਾਸੇ ਗਈ ਜਿੱਥੇ ਹਨੇਰੇ ਕਮਰੇ 'ਚ ਉਹ ਔਰਤਾਂ ਰਹਿੰਦੀਆਂ ਸਨ।
ਰੋਜ਼ ਦੇਸੀ ਘਿਓ ਖਾਂਦੀਆਂ ਸਨ, ਪਰ ਅੱਜ ਉਸ ਕਮਰੇ 'ਚ ਹਨੇਰਾ ਨਹੀਂ ਸੀ। ਕਿਸੇ ਨੇ ਮੋਬਾਈਲ ਦੀ ਲਾਈਟ ਜਗਾ ਰੱਖੀ ਸੀ। ਮੈਂ ਇੱਕਦਮ ਉਹਨਾਂ ਸਾਰੀਆਂ ਤੇ ਚੀਖੀ ਤੇ ਕਿਹਾ ਕਿ ਇਹ ਸਭ ਕੀ ਹੋ ਰਿਹਾ ਹੈ। ਜੋ ਨਜ਼ਾਰਾ ਮੇਰੇ ਸਾਹਮਣੇ ਸੀ ਉਹ ਦੇਖ ਕੇ ਮੈਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰਾ ਸਟਾਫ ਐਨੀ ਘਿਨੌਨੀ ਸਾਜ਼ਿਸ਼ 'ਚ ਸ਼ਾਮਿਲ ਹੈ। ਉਹ ਔਰਤਾਂ ਸੁਰੰਗ ਪੁੱਟ ਰਹੀਆਂ ਸਨ। ਉਹਨਾਂ ਨੇ ਕਾਫੀ ਵੱਡੀ ਸੁਰੰਗ ਪੁੱਟੀ ਹੋਈ ਸੀ। ਪਤਾ ਨਹੀਂ ਕਿੰਨੇ ਹਫ਼ਤਿਆਂ ਜਾਂ ਮਹੀਨਿਆਂ ਤੋਂ ਇਹ ਕੰਮ ਹੋ ਰਿਹਾ ਸੀ। ਉਹ ਔਰਤਾਂ ਕਤਲ ਦੇ ਦੋਸ਼ 'ਚ ਇੱਥੇ ਜੇਲ੍ਹ 'ਚ ਲਿਆਂਦੀਆਂ ਗਈਆਂ ਸਨ ਤੇ ਅਦਾਲਤ ਵੱਲੋਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਦੋਵੇਂ ਇੱਥੋਂ ਫਰਾਰ ਹੋਣ ਲਈ ਸੁਰੰਗ ਪੁੱਟ ਰਹੀਆਂ ਸਨ ਤੇ ਇਸ ਕੰਮ 'ਚ ਮੇਰਾ ਪੂਰਾ ਦਫ਼ਤਰ ਵੀ ਸ਼ਾਮਲ ਸੀ। ਮੈਨੂੰ ਸਾਹਮਣੇ ਦੇਖ ਕੇ ਲੇਡੀ ਕਾਂਸਟੇਬਲ ਦੇ ਸਾਹ ਰੁਕ ਗਏ ਤੇ ਉਸ ਦੇ ਹੱਥ 'ਚੋਂ ਮੋਬਾਈਲ ਸੀ ਉਹ ਹੇਠਾਂ ਡਿੱਗ ਪਿਆ। ਜੋ ਔਰਤਾਂ ਸੁਰੰਗ ਪੁੱਟਦੀਆਂ ਸਨ ਉਹਨਾਂ ਲਈ ਹੀ ਦੇਸੀ ਘਿਓ ਲਿਆਂਦਾ ਜਾਂਦਾ ਸੀ, ਕਿਉਂਕਿ ਸੁਰੰਗ ਪੁੱਟਣਾ ਸੌਖਾ ਕੰਮ ਨਹੀਂ ਸੀ। ਇਸ ਲਈ ਬਹੁਤ ਤਾਕਤ ਚਾਹੀਦੀ ਸੀ ਤੇ ਉਹ ਰੋਜ਼ਾਨਾ ਘਿਓ ਖਾ ਕੇ 3-4 ਘੰਟੇ ਸੁਰੰਗ ਪੁੱਟਦੀਆਂ ਸਨ। ਉੱਥੇ ਖੜੇ ਖੜੇ ਹੀ ਸਾਰੀ ਕਹਾਣੀ ਮੇਰੀ ਸਮਝ 'ਚ ਆ ਗਈ। ਫਿਰ ਮੈਂ ਲੇਡੀ ਕਾਂਸਟੇਬਲ ਨੂੰ ਪੁੱਛਿਆ ਕਿ ਤੁਹਾਡੇ ਨਾਲ ਹੋਰ ਕੌਣ-ਕੌਣ ਮਿਲਿਆ ਹੋਇਆ ਹੈ। ਜਦੋਂ ਉਸਨੇ ਕੁਝ ਨਾ ਦੱਸਿਆ ਤਾਂ ਮੈਂ ਕਿਹਾ ਕਿ ਠੀਕ ਹੈ, ਮੈਂ ਤੁਹਾਡੀ ਸ਼ਿਕਾਇਤ ਹਾਈ ਕਮਿਸ਼ਨ ਨੂੰ ਕਰਦੀ ਹਾਂ। ਮੇਰੀ ਗੱਲ ਸੁਣੋ। ਮਾਫੀ ਮੰਗਣ ਲੱਗੀ ਤੇ ਕਿਹਾ ਕਿ ਕਿਸੇ ਨੂੰ ਫੋਨ ਨਾ ਕਰੋ। ਮੈਂ ਫੋਨ ਕੱਢਿਆ ਹੀ ਸੀ ਕਿ ਉਸ ਵੇਲੇ ਮੇਰੇ ਸਿਰ ਤੇ ਪਿੱਛੋਂ ਕਿਸੇ ਨੇ ਵਾਰ ਕੀਤਾ, ਜਿਸ ਕਾਰਨ ਮੈਂ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਗਈ। ਜਦੋਂ ਹੋਸ਼ ਆਇਆ ਤਾਂ ਮੈਂ ਦੇਖਿਆ ਕਿ ਮੈਂ ਜੇਲ੍ਹ ਦੇ ਹੀ ਕਮਰੇ 'ਚ ਕੈਦ ਸੀ। ਮੈਂ ਦੇਖਿਆ ਕਿ ਉਹ ਇਕੱਲੀ ਨਹੀਂ ਸੀ। ਜੋ ਸਾਥੀ ਉਸਦਾ ਸਾਥ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਉਸ ਸਮੇਂ ਉਸ ਨਾਲ ਮੌਜੂਦ ਸੀ, ਪਰ ਉਸ ਦੇ ਸਾਥੀ ਨੂੰ ਦੇਖ ਕੇ ਮੇਰੇ ਸਿਰ ਤੇ ਕਿਆਮਤ ਟੁੱਟ ਗਈ। ਮੈਨੂੰ ਵਿਸ਼ਵਾਸ ਨਾ ਹੋਇਆ ਕਿਉਂਕਿ ਉਹ ਤਾਂ ਨਾਈਟ ਸ਼ਿਫਟ ਵਾਲੀ ਜੇਲਰ ਸੀ। ਮੈਨੂੰ ਤਾਂ ਲੱਗਦਾ ਸੀ ਕਿ ਉਹ ਇੱਕ ਲਾਪਰਵਾਹ ਲੜਕੀ ਹੈ, ਪਰ ਉਹ ਇੰਨੀ ਘਟੀਆ ਨਿਕਲੇਗੀ ਕਿ ਕਾਨੂੰਨ ਦੀ ਵਰਦੀ ਪਾ ਕੇ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦੇਵੇਗੀ। ਫਿਰ ਦੋਵਾਂ ਨੇ ਮਿਲ ਕੇ ਮੈਨੂੰ ਕੈਦ ਕਰ ਲਿਆ ਸੀ। ਦੋਵੇਂ ਮਿਲੀਆਂ ਹੋਈਆਂ ਸਨ। ਇਹਨਾਂ ਦੋਵਾਂ ਦੀ ਮਦਦ ਨਾਲ ਉਹ ਕੈਦੀ ਔਰਤਾਂ ਸੁਰੰਗ ਪੁੱਟ ਰਹੀਆਂ ਸਨ ਤੇ ਇਸ ਮਦਦ ਦੇ ਬਦਲੇ ਉੱਥੇ ਦੀ ਕਾਂਸਟੇਬਲ ਨੂੰ ਬਹੁਤ ਸਾਰੇ ਪੈਸੇ ਦਿੱਤੇ ਗਏ ਸਨ। ਬਾਅਦ 'ਚ ਮੈਨੂੰ ਪਤਾ ਲੱਗਿਆ ਕਿ ਮਾਮਲਾ ਇਸ ਤੋਂ ਵੀ ਜ਼ਿਆਦਾ ਗੰਭੀਰ ਹੋ ਚੁੱਕਿਆ ਹੈ ਤੇ ਜੋ ਦੇਸੀ ਘਿਓ ਜੇਲ੍ਹ ਅੰਦਰ ਚੈੱਕ ਹੋ ਕੇ ਆਉਂਦਾ ਸੀ ਉਸ ਦੇਸੀ ਘਿਓ 'ਚ ਖਾਸ ਸਟੇਰਾਇਡਸ ਸ਼ਾਮਿਲ ਕੀਤੇ ਜਾਂਦੇ ਸਨ, ਜਿਸ ਦੇ ਰੋਜ਼ਾਨਾ ਇਸਤੇਮਾਲ ਨਾਲ ਇਨਸਾਨ ਨੂੰ ਉਸਦੀ ਆਦਤ ਹੋ ਜਾਂਦੀ ਸੀ। ਇਹ ਸਾਰਾ ਘਿਓ ਚੋਰੀ ਜੇਲ੍ਹ 'ਚ ਹੀ ਰਾਤ ਨੂੰ ਜੇਲਰ ਦੀ ਮੌਜੂਦਗੀ 'ਚ ਕੀਤਾ ਜਾਂਦਾ ਸੀ। ਇੱਕ ਸਾਰੀ ਗੱਲ ਜੇਲਰ ਨੇ ਮੈਨੂੰ ਖੁਦ ਆਪਣੇ ਮੂੰਹੋਂ ਦੱਸੀ। ਉਸਨੇ ਸਾਰੇ ਦੋਸ਼ ਮੇਰੇ ਸਾਹਮਣੇ ਕਬੂਲ ਕੀਤੇ, ਪਰ ਉਹ ਨਹੀਂ ਜਾਣਦੀ ਸੀ ਕਿ ਉਸਨੇ ਮੈਨੂੰ ਮੇਰੇ ਜਿਸ ਦਫ਼ਤਰ 'ਚ ਕੈਦ ਕੀਤਾ ਹੋਇਆ ਹੈ ਉੱਥੇ ਤਾਂ ਮੈਂ ਪਹਿਲਾਂ ਹੀ ਇੱਕ ਕੈਮਰਾ ਲਗਾ ਰੱਖਿਆ ਸੀ ਜਿਸ 'ਚ ਸਾਰੀਆਂ ਗੱਲਾਂ ਰਿਕਾਰਡ ਹੋ ਰਹੀਆਂ ਸਨ। ਉਸਨੇ ਮੇਰੇ ਵੱਲੋਂ ਅਦਾਲਤ ਨੂੰ ਦਫ਼ਤਰੀ ਤੌਰ ਤੇ ਛੁੱਟੀ ਦੀ ਚਿੱਠੀ ਪੋਸਟ ਕਰ ਦਿੱਤੀ ਤਾਂ ਕਿ ਮੇਰਾ ਗਾਇਬ ਹੋਣਾ ਕਿਸੇ ਨੂੰ ਰੜਕੇ ਨਾ। ਇਸ ਤੋਂ ਬਾਅਦ ਮੇਰੀ ਪਹਿਚਾਣ ਅਨੁਸਾਰ ਇੱਕ ਰਿਪੋਰਟ ਬਣਾ ਕੇ ਅਦਾਲਤ ਨੂੰ ਭੇਜ ਦਿੱਤੀ ਜਿਸ 'ਚ ਮੇਰੇ ਤੇ ਗੰਭੀਰ ਦੋਸ਼ ਲਾਏ ਗਏ ਸਨ। ਇਸ ਦਾ ਇਰਾਦਾ ਮੈਨੂੰ ਰਾਸਤੇ ਤੋਂ ਹਟਾਉਣ ਦਾ ਸੀ। ਅੱਜ ਸ਼ਾਮ ਜਿਵੇਂ ਹੀ ਉਹ ਮੇਰੇ ਲਈ ਖਾਣਾ ਲੈ ਕੇ ਕਮਰੇ 'ਚ ਆਈ ਤਾਂ ਮੈਂ ਉਸ ਨੂੰ ਉੱਥੇ ਕਾਬੂ ਕਰਕੇ ਫਰਾਰ ਹੋ ਗਈ ਤੇ ਉਦੋਂ ਤੋਂ ਇਹ ਮੇਰੇ ਪਿੱਛੇ ਲੱਗੀ ਹੋਈ ਹੈ ਤਾਂ ਕਿ ਮੈਨੂੰ ਫੜ ਸਕੇ। ਇਹ ਸੀ ਮੇਰੀ ਸਾਰੀ ਕਹਾਣੀ ਜਿਸ ਨੂੰ ਸੁਣਨ ਲਈ ਤੂੰ ਐਨੀ ਬੇਚੈਨ ਸੀ। ਮੈਂ ਸਾਰੀ ਕਹਾਣੀ ਸੁਣ ਕੇ ਵੀ ਗੌਰੀ ਤੋਂ ਪੁੱਛਿਆ ਕਿ ਹੁਣ ਤੁਸੀਂ ਆਪਣੀ ਬੇਗੁਨਾਹੀ ਕਿਵੇਂ ਸਾਬਤ ਕਰੋਗੇ। ਗੌਰੀ ਕਹਿਣ ਲੱਗੀ ਕਿ ਮੈਨੂੰ ਬਸ ਕਿਸੇ ਵੀ ਤਰ੍ਹਾਂ ਉਹ ਖੁਫੀਆ ਕੈਮਰਾ ਆਪਣੇ ਕਬਜ਼ੇ 'ਚ ਕਰਨਾ ਹੈ। ਸਾਰੀ ਗੱਲਬਾਤ ਉਸੇ 'ਚ ਰਿਕਾਰਡ ਹੈ, ਪਰ ਇਹੀ ਮੈਂ ਸੋਚ ਰਹੀ ਹਾਂ ਕਿ ਹੁਣ ਮੇਰਾ ਉੱਥੇ ਜਾਣਾ ਤਾਂ ਖਤਰੇ ਤੋਂ ਖਾਲੀ ਨਹੀਂ। ਜਦੋਂ ਤੱਕ ਮੈਂ ਆਪਣੀ ਬੇਗੁਨਾਹੀ ਸਾਬਤ ਨਹੀਂ ਕਰ ਲੈਂਦੀ ਉਦੋਂ ਤੱਕ ਮੈਂ ਕਿਤੇ ਨਹੀਂ ਜਾ ਸਕਦੀ। ਮੈਂ ਕਿਹਾ ਕਿ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ। ਗੌਰੀ ਮੈਨੂੰ ਹੈਰਾਨ ਹੋ ਕੇ ਦੇਖਣ ਲੱਗੀ। ਮੈਂ ਕਿਹਾ ਕਿ ਮੈਂ ਜੇਲਰ ਲਈ ਅਪਲਾਈ ਕੀਤਾ ਹੋਇਆ ਹੈ। ਮੇਰਾ ਖਿਆਲ ਹੈ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਤਾਂ ਹੀ ਤਾਂ ਦੂਜੀ ਜੇਲਰ ਲਈ ਅਖਬਾਰ 'ਚ ਇਸ਼ਤਿਹਾਰ ਦਿੱਤਾ ਗਿਆ ਸੀ। ਮੈਂ ਅਪਲਾਈ ਕੀਤਾ ਹੋਇਆ ਤੇ ਹੁਣ ਟੈਸਟ ਦੇਣ ਜਾਣਾ ਹੈ। ਜੇਕਰ ਮੇਰੀ ਚੋਣ ਹੋ ਗਈ ਤਾਂ ਤੁਹਾਡੀ ਬੇਗੁਨਾਹੀ ਮੈਂ ਖੁਦ ਸਾਬਤ ਕਰਾਂਗੀ। ਮੈਂ ਜੇਲਰ ਗੌਰੀ ਨੂੰ ਕਿਹਾ ਕਿ ਮੇਰੇ ਘਰ ਦੇ ਰਿਸ਼ੀਕੇਸ਼ ਵਿਆਹ 'ਚ ਗਏ ਹੋਏ ਹਨ, ਤੁਸੀਂ ਜਦੋਂ ਤੱਕ ਚਾਹੋ ਇੱਥੇ ਰਹਿ ਸਕਦੇ ਹੋ। ਪਰ ਅਗਲੇ ਹੀ ਦਿਨ ਉਹਨਾਂ ਨੇ ਆਪਣੇ ਪਤੀ ਨੂੰ ਫੋਨ ਕੀਤਾ ਤੇ ਉਸ ਨਾਲ ਚਲੀ ਗਈ। ਮੈਨੂੰ ਇਹ ਸਾਰੀ ਕਹਾਣੀ ਜਾਣ ਕੇ ਇਸ ਬੇਚਾਰੀ ਲਈ ਬਹੁਤ ਦੁੱਖ ਹੋਇਆ ਸੀ। ਗੌਰੀ ਇੱਕ ਇਮਾਨਦਾਰ ਜੇਲਰ ਸੀ। ਮੈਂ ਅਗਲੇ ਦਿਨ ਪੇਪਰ ਦਿੱਤਾ ਤੇ ਪ੍ਰਾਰਥਨਾ ਕਰਨ ਲੱਗੀ ਕਿ ਮੈਂ ਜੇਲਰ ਦੇ ਤੌਰ ਤੇ ਚੁਣੀ ਜਾਵਾਂ। ਮੇਰਾ ਮਕਸਦ ਗੌਰੀ ਦੀ ਬੇਗੁਨਾਹੀ ਸਾਬਤ ਕਰਨਾ ਸੀ ਤੇ ਇਸ ਮਕਸਦ ਲਈ ਜ਼ਰੂਰੀ ਸੀ ਕਿ ਮੈਂ ਮੁੰਬਈ ਜੇਲ੍ਹ ਦੇ ਅੰਦਰ ਜਾਂਦੀ ਤੇ ਇਹ ਸਿਰਫ ਜੇਲਰ ਦੀ ਹੈਸੀਅਤ ਨਾਲ ਹੀ ਸੰਭਵ ਸੀ। ਮੇਰੀ ਪ੍ਰਾਰਥਨਾ ਰੰਗ ਲਿਆਈ ਤੇ ਮੇਰੀ ਚੋਣ ਹੋ ਗਈ। ਇੰਟਰਵਿਊ ਦੀ ਸਾਰੀ ਤਿਆਰੀ ਮੈਨੂੰ ਗੌਰੀ ਨੇ ਕਰਵਾਈ ਸੀ, ਜਿਸ ਕਰਕੇ ਮੈਂ ਕਾਮਯਾਬ ਹੋਈ ਸੀ। ਮੈਂ ਉੱਥੇ ਜਾਂਦੇ ਹੀ ਪਹਿਲੇ ਹੀ ਦਿਨ ਦੇਖ ਲਿਆ ਸੀ ਕਿ ਉਹ
ਕਿਹੜੀਆਂ ਔਰਤਾਂ ਸਨ ਜੋ ਸੁਰੰਗ ਪੁੱਟਦੀਆਂ ਸਨ ਤੇ ਦੇਸੀ ਘਿਓ ਹਜਮ ਕਰਦੀਆਂ ਸਨ। ਇਹਨਾਂ ਔਰਤਾਂ ਨੂੰ ਦੇਖ ਕੇ ਅੰਦਾਜ਼ਾ ਹੋਇਆ ਕਿ ਇਹਨਾਂ ਦਾ ਕੰਮ ਅਜੇ ਵੀ ਜਾਰੀ ਹੈ। ਮੈਂ ਚੁੱਪ ਕਰਕੇ ਵੱਡੇ ਅਧਿਕਾਰੀਆਂ ਨੂੰ ਲੈਟਰ ਲਿਖ ਕੇ ਇਹ ਦੱਸਿਆ ਕਿ ਜੇਲ੍ਹ 'ਚ ਸੁਰੰਗ ਪੁੱਟੀ ਜਾ ਰਹੀ ਹੈ ਤੇ ਇਸ ਦੀ ਜ਼ਿੰਮੇਵਾਰੀ ਰਾਤ ਦੀ ਡਿਊਟੀ ਵਾਲੀ ਜੇਲਰ ਤੇ ਲੇਡੀ ਕਾਂਸਟੇਬਲ ਹੈ। ਇਸ ਦੇ ਨਾਲ ਹੀ ਮੈਂ ਉਹ ਕੈਮਰਾ ਵੀ ਸਬੂਤ ਦੇ ਤੌਰ ਤੇ ਨਾਲ ਭਿਜਵਾ ਦਿੱਤਾ ਜੋ ਗੌਰੀ ਨੇ ਲੁਕੋ ਕੇ ਰੱਖਿਆ ਸੀ। ਠੀਕ ਰਾਤ 11 ਵਜੇ ਜੇਲ੍ਹ ਦੇ ਉਸ ਸੈੱਲ 'ਚ ਛਾਪਾ ਪਿਆ ਜਿੱਥੇ ਸੁਰੰਗ ਪੁੱਟੀ ਜਾ ਰਹੀ ਸੀ ਤੇ ਉਹਨਾਂ ਔਰਤਾਂ ਨੂੰ ਸੁਰੰਗ ਪੁੱਟਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਲੇਡੀ ਕਾਂਸਟੇਬਲ ਤੇ ਨਾਈਟ ਡਿਊਟੀ ਵਾਲੀ ਜੇਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਗਈ। ਇਹ ਸਭ ਮੈਂ ਆਪਣੀ ਡਿਊਟੀ ਦੇ ਦੂਜੇ ਹੀ ਦਿਨ ਕੀਤਾ ਸੀ ਕਿਉਂਕਿ ਮੇਰਾ ਇਰਾਦਾ ਹੀ ਇਹੀ ਸੀ ਕਿ ਸੱਚ ਸਾਹਮਣੇ ਲਿਆਇਆ ਜਾਵੇ। ਗੌਰੀ ਦੀ ਬੇਗੁਨਾਹੀ ਸਾਬਤ ਹੋ ਗਈ ਤੇ ਉਸ ਨੂੰ ਉਸ ਦੀ ਪੋਸਟ ਦੁਬਾਰਾ ਦੇ ਦਿੱਤੀ ਗਈ। ਜੇਲਰ ਗੌਰੀ ਨੇ ਮੇਰਾ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਤੁਹਾਡਾ ਇਹ ਅਹਿਸਾਨ ਕਦੇ ਨਹੀਂ ਭੁੱਲਾਂਗੀ। ਹੁਣ ਮੇਰੀ ਜੇਲਰ ਗੌਰੀ ਨਾਲ ਬਹੁਤ ਚੰਗੀ ਦੋਸਤੀ ਹੋ ਗਈ ਸੀ। ਅਸੀਂ ਦੋਵਾਂ ਨੇ ਮਿਲ ਕੇ ਜੇਲ੍ਹ ਦਾ ਮਾਹੌਲ ਬਹੁਤ ਚੰਗਾ ਕਰ ਦਿੱਤਾ ਤੇ ਸਭ ਕੁਝ ਪਹਿਲਾਂ ਵਾਂਗ ਚੰਗਾ ਹੋਣ ਲੱਗਿਆ ਸੀ। ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।